ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵਹੁ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ ਰਹਾਉ, ਮੁਕਤ ਭੁਗਤ ਜੁਗਤ ਸਚ ਪਾਈਆ। ਸਰਬ ਸੁਖਾ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੈ। ਪੂਰਨ ਪੁਰਖ ਵਿਧਾਤਾ, ਸ਼੍ਰਾਵਣੀ ਸੁਣੀਐ ਰਸਨਾ ਗਾਈਐ। ਹਿਰਦੈ ਧਿਆਈਐ ਸੋਈ, ਕਾਰਨ ਕਾਰਨ ਸਮਰੱਥ ਸੁਆਮੀ। ਜਾਤੇ ਬ੍ਰਿਥਾ ਨਾ ਕੋਈ, ਵੱਡਾ ਭਾਗ ਰਤਨ ਜਨਮ ਪਾਇਆ। ਕਰਹੁ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ। ਸਿਮਰੈ ਸਦਾ ਗੋਪਾਲਾ, ਵੱਡਾ ਭਾਗ ਰਤਨ ਜਨਮ ਪਾਇਆ। ਕਰਹੁ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ। ਸਿਮਰੈ ਸਦਾ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਆਵਰ ਸਾਹਿਬ ਕਮਾਲ, ਬਾਰਗਾਹੇ इनायत के मालक, कलयुगी जीवों के उद्धार करता, साहिब सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका
ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਹੁਕਮਨਾਮੇ ਸਦਾਏ ਬਾਰਗਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮਹਾਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਸਤਿਗੁਰੂ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਦਫਾ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਬੋਲ ਮਹਿਮਾ ਦੇ ਮਾਲਕ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਅੰਮ੍ਰਿਤ ਰਸਨਾ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ, ਬਲਕਿ ਉਹਨਾਂ ਦੇ ਅੰਮ੍ਰਿਤ ਕੰਠ ਤੋਂ ਇਹ ਧੁਨ ਸੁਣਾਈ ਪੈਂਦੀ ਰਹੀ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਜਿਨ੍ਹਾਂ ਨੂੰ ਮਹਾਨ ਬ੍ਰਹਮ ਗਿਆਨੀ ਪ੍ਰਭੂ ਰਸੀਦ ਹਿਰਦੇ ਭੱਟ ਜਨਾਂ ਨੇ ਤਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਾਰ। ਪ੍ਰਤੱਖ ਹਰੀ ਕਹਿ ਕੇ ਸਜਦਾ ਕੀਤਾ ਤੇ ਜਗਤ ਨੂੰ ਸਾਵਧਾਨ ਕੀਤਾ ਕਿ ਪਾਰ ਬ੍ਰਹਮ ਪਰਮੇਸ਼ਵਰ ਆਪ ਹੀ ਗੁਰੂ ਅਰਜਨ ਦੇਵ ਰੂਪ ਹੋ ਕੇ ਆਇਆ, ਗੁਰੂ ਨਾਨਕ ਰੂਪ ਹੋ ਕੇ ਆਇਆ ਹੈ। ਇਸ ਲਈ ਉਹਨਾਂ ਨੇ ਬੁਲੰਦ ਬਾਂਗੇ ਬੋਲ ਜਗਤ ਨਾਲ ਸਾਂਝੇ ਕੀਤੇ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਹਨਾਂ ਮਹਾਬੋਲਾਂ ਵਿੱਚ ਫਰਮਾਨ ਕਰਦੇ ਨੇ, ਜਿਸ ਦੀਆਂ ਬਹੁਤ ਭਾਵਪੂਰਤ ਮਰਕਜ਼ੀ ਪੰਕਤੀਆਂ ਹਨ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ।
ਇਹਨਾਂ ਪੰਕਤੀਆਂ ਨੂੰ ਗੌਰ ਨਾਲ ਵਿਚਾਰ ਕੇ ਦੇਖੀਏ ਤੇ ਸਾਹਿਬ ਜੀ ਨੇ 3 ਵਿਚਾਰ ਇਹਨਾਂ ਪੰਕਤੀਆਂ ਦੁਆਰਾ ਸਾਡੀ ਝੋਲੀ 'ਚ ਪਾਏ। ਬੜੀ ਇਕਾਗਰਤਾ ਨਾਲ ਸਰਵਣ ਕਰਨਾ ਤਾਂ ਕਿ ਮਹਾਰਾਜ ਜੀ ਦੇ ਪਾਵਨ ਬਚਨਾਂ ਦਾ ਇੱਕ ਇੱਕ ਵਿਚਾਰ ਸਾਡੇ ਹਿਰਦੇ ਵਿੱਚ ਵਸ ਜਾਏ। ਬੜੇ ਮਹਾਂਬੋਲ ਨੇ ਸਾਨੂੰ ਮਾਮੂਲੀ ਨਿਮਾਣੇ ਨਿਤਾਣੇ ਜੀਵਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੋੜ ਦਿੰਦੇ ਹਨ। ਇਹਨਾਂ ਨੂੰ ਸੁਣਨ ਨਾਲ, ਵਿਚਾਰਨ ਨਾਲ, ਕਮਾਉਣ ਨਾਲ ਜੀਵਨ ਦੀਆਂ ਤਮਾਮ ਚਿੰਤਾਵਾਂ ਨਾਸ਼ ਹੋ ਜਾਂਦੀਆਂ ਨੇ ਤੇ ਹਿਰਦੇ ਵਿੱਚ ਪਰਮ ਆਨੰਦ ਦਾ ਨਿਵਾਸ ਹੋ ਜਾਂਦਾ ਹੈ। ਜੈਸੇ ਸਾਹਿਬ ਜੀ ਦੇ ਬੋਲ ਨੇ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਸ ਲਈ ਸਾਨੂੰ ਇੱਕ ਇੱਕ ਬਚਨ ਧਿਆਨਪੂਰਵਕ ਸਰਵਣ ਕਰਨਾ ਚਾਹੀਦਾ ਹੈ, ਫਿਰ ਉਸ ਨੂੰ ਮੰਨਣ ਦਾ ਯਤਨ ਕਰਨਾ ਚਾਹੀਦਾ। ਸਭ ਤੋਂ ਪਹਿਲੇ ਮਨੁੱਖ ਨੂੰ ਸਿਆਣਾ ਡਾਕਟਰ ਮਿਲ ਜਾਏ, ਇਹ ਵੀ ਭਾਗਸ਼ਾਲੀ ਹੋਣ ਦੀ ਨਿਸ਼ਾਨੀ ਹੈ। ਤੇ ਵੱਡਾ ਸਿਆਣਾ ਡਾਕਟਰ ਮਿਲ ਜਾਏ, ਪ੍ਰਿਸਕ੍ਰਿਪਸ਼ਨ ਲਿਖ ਕੇ ਦੇ ਦੇਵੇ, ਔਸ਼ਧੀ ਵੀ ਮਿਲ ਜਾਵੇ, ਪਰ ਰੋਗ ਠੀਕ ਤਾਂ ਹੀ ਹੁੰਦਾ ਹੈ ਜੇ ਅਸੀਂ ਉਸ ਨੂੰ ਵਰਤ ਲਈਏ, ਖਾ ਲਈਏ। ਬੜਾ ਸਿਆਣਾ ਡਾਕਟਰ ਹੀ ਹੋਵੇ, ਬੜੀ ਕੀਮਤੀ ਔਸ਼ਧੀ ਹੀ ਹੋਵੇ, ਪਰ ਖਾਣ ਲਈ ਅਸੀਂ ਤਿਆਰ ਨਾ ਹੋਈਏ ਤੇ ਸਾਡਾ ਰੋਗ ਬਣਿਆ ਰਹਿੰਦਾ ਹੈ। ਇਸ ਲਈ ਗਿਆਨ ਵਿਗਿਆਨ ਬ੍ਰਹਮ ਗਿਆਨ ਦੇ ਜਗਤ ਵਿੱਚ ਇੰਤਹਾਈ ਸਿਆਣਪ ਰੱਖਣ ਵਾਲੇ ਦਾਨਾ ਬੀਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਔਸ਼ਧੀ ਰੂਪ ਵਿੱਚ ਇਹ ਬ੍ਰਹਮ ਗਿਆਨ ਲਬਰੇਜ ਸਾਨੂੰ ਬੋਲ ਪ੍ਰਾਪਤ ਹੋਏ ਨੇ। ਅਸੀਂ ਇਸ ਔਸ਼ਧੀ ਨੂੰ ਆਪਣੇ ਛਕਣ ਵੱਲ ਲੈ ਜਾਣਾ ਹੈ, ਛਕਣਾ ਹੈ, ਭਾਵ ਇਹਨਾਂ ਨੂੰ ਮੰਨਣਾ ਹੈ, ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਨਾ। ਫਿਰ ਜੀਵਨ ਦੀ ਅਵਸਥਾ ਐਸੀ ਬਣ ਜਾਂਦੀ ਹੈ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ, ਐਸੀ ਖੇਡ ਬਣ ਜਾਂਦੀ ਹੈ। ਗੁਰੂ ਸਾਹਿਬ ਜੀ ਦੀ ਕਲਾ ਵਰਤਦੀ ਹੈ, ਮਿਹਰ ਵਰਤਦੀ ਹੈ ਤੇ ਮਨੁੱਖ ਪਾਰ ਬ੍ਰਹਮ ਪਰਮੇਸ਼ਰ ਵਿੱਚ ਲੀਨਤਾ ਹਾਸਲ ਕਰ ਲੈਂਦਾ। ਇਸ ਲਈ ਇੱਕ ਇੱਕ ਬੋਲ ਨੂੰ ਬੜੇ ਧਿਆਨ ਨਾਲ ਸੁਣਨਾ। ਪਹਿਲਾ ਵਿਚਾਰ ਹੈ, ਹਰ ਰਸ ਪੀਵੋ ਪੁਰਖ ਗਿਆਨੀ। ਹੇ ਆਤਮ ਗਿਆਨ ਰੱਖਣ ਵਾਲੇ ਸਿਆਣੇ ਪੁਰਖ, ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਰਸ ਪੀਆ ਕਰ। ਇਹਦਾ ਮਤਲਬ ਹੈ ਕਿ ਨਾਮ ਦੇ ਵਿੱਚ ਰਸ ਹੈਗਾ। ਜੈਸੇ ਕੋਈ ਮਨੁੱਖ ਕਹਿ ਦਿੰਦਾ ਤੂੰ ਔਰੰਜ ਜੂਸ ਪੀਆ ਕਰ, ਤਾਂ ਇਹਦਾ ਮਤਲਬ ਹੈ ਤਾਂ ਹੀ ਆਖਿਆ ਕਿਉਂਕਿ ਸੰਤਰੇ ਵਿੱਚ ਰਸ ਹੈਗਾ ਹੈ, ਉਹ ਖੁਸ਼ਕ ਨਹੀਂ ਹੈ, ਰਸਕ ਹੈ। ਗੰਨੇ ਦਾ ਰਸ ਪੀ ਲਓ, ਤਾਂ ਹੀ ਆਖਿਆ ਗੰਨੇ ਵਿੱਚ ਰਸ ਹੈਗਾ। ਜਿਹੜੇ ਮਹਾਰਾਜ ਜੀ ਨੇ ਬੋਲ ਆਖੇ, ਹਰ ਰਸ ਪੀਵੋ ਪੁਰਖ ਗਿਆਨੀ, ਇਹਦਾ ਮਤਲਬ ਹੈ ਨਾਮ ਰਸ ਨਾਲ ਭਰਿਆ ਹੋਇਆ, ਨਾਮ ਵਿੱਚ ਰਸ ਹੈਗਾ ਹੈ। ਬਾਕੀ ਵਸਤੂਆਂ ਵਿੱਚ ਰਸ ਨਹੀਂ ਹੈ, ਬੇਰਸੀ ਪੈਦਾ ਕਰਦੀਆਂ ਨੇ। ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਰਸ ਪੈਦਾ ਕਰੋ। ਤੁਹਾਨੂੰ ਬਹੁਤ ਸਾਰੇ ਐਸੇ ਲੋਕ ਮਿਲ ਜਾਵਣਗੇ ਜਿਹੜੇ ਤੀਰਥਾਂ 'ਤੇ ਯਾਤਰਾ ਵੀ ਕਰਦੇ ਨੇ, ਇਸ਼ਨਾਨ ਵੀ ਕਰਦੇ ਨੇ, ਪਰ ਉਹਨਾਂ ਦਾ ਜੀਵਨ ਖੁਸ਼ਕ ਹੁੰਦਾ ਹੈ। ਬੜੇ ਕੌੜੇ ਬੋਲਣ ਵਾਲੇ, ਬੜੇ ਮੰਦ ਕਰਮੀ ਵੀ ਤੁਹਾਨੂੰ ਮਿਲ ਜਾਣਗੇ।
हर के संत नाखिए बनारस के ठग। ऐसे लोग भी मिल जावणगे, कारण यह है नाम का रस प्राप्त नहीं हो सके। नाम का रस भुंचण का पीवन का उसका सुभाग नहीं बन सकिया, इसलिए हाले खुश्कपन दिखाई पैंदा, हाले मन का रुखापन दिखाई पैंदा। जैसे मैं अर्ज करा, भावें कोई बीज पा लो, जितनी देर जल का स्पर्श ना होवे उतनी देर उसनू हरियावल प्राप्त नहीं होती, वो सर सब्ज नहीं होता, वो पौधा नहीं बनता। बिल्कुल इसे तरह कलयुग विच कोई कर्म सफल नहीं होता, ना ज्ञान ना दान ते ना तीर्थ इशनान। उतनी देर इन्हों फल नहीं लगता जितनी देर नाम का रस हिरदे नूं प्राप्त ना हो। नाम का रस मिल जावे फिर सारा कुछ ही सफल हो जाता है। जैसे पानी मिलन नाल सारियां शाखावां हरियां हो जाती, ते पानी ना होवे ते जल बिन साख कुमलावती, उपजे नाही दाम। बेशक तीर्थां दा इशनान ज्ञान दान ये महान शुभ कर्म ने, पर कलयुग तो मारू थल वर्गा है। इते ते तपदी हुई जिहड़ी है हीट वेव, चलती हुई लू वर्गा माहौल है। इत्थे नाम दे रस तो बिना कुछ सफल नहीं होता। इसलिए ये पहला महाराज जी का विचार, हर रस पीवो पुरख ज्ञानी। ऐ सियाणे पुरख ज्ञानवान पुरख पार ब्रह्म परमेश्वर दे नाम का रस पिया। ते रस पीण तो मुराद है कि नाम रसक ढंग नाल जपिया कर, एवें काला ना पिया कर, एवें गिणतियां मिणतियां विच ना पिया कर। बड़े प्रेम नाल वाहिगुरू वाहिगुरू आख ते इस विचों मिलण वाले रस नूं प्राप्त कर, आनंद नूं प्राप्त कर। हर रस पीवो पुरख ज्ञानी, सुन सुन महा तृपत मन पावै। जपना है ते सुनना है। जपिया तां ही सफल होंदा है जे असी ਜ਼ਬਾਨ नाल उचारण करिए वाहिगुरू वाहिगुरू वाहिगुरू, ते पूरे ध्यान नाल उसनूं सरवण करिए। ਜਿਹੜੇ जपण ਦਾ शौक रखते ने या जिन्हां नूं जपण ਦਾ कदी मन विच विचार आया, उन्हां बिगनर्स वास्ते ये विचार बड़ा कीमती है। उन्हां नूं इस पल ध्यान नाल सुनन दी ध्यान देण दी लोड़ है कि सब तो पहले ਜ਼ਬਾਨ नाल वाहिगुरू उचारण करना, ते फिर नाल जितने एकाग्रता नाल प्रेम नाल उचारण करना है, उसनूं 2 गुणा वध ध्यान दे के सुनना। महाराज ने 2 वारी शब्द सुन सुन लिखिया है, भाव सुन के ज़्यादा ध्यान देना। जपण नाल उचारण करन नाल जितना रस बनेगा उसनों 2 गुणा रस सुनन नाल बनेगा। अगर सुनेगा नहीं तो वो नाम दे रस की खेड नहीं वरतेगी। अज एक बड़ा महान दिहाड़ा भी है। श्री दरबार साहिब जी दे हैड ग्रंथी साहब गुरु हर राय साहब जी तो लैके गुरु गोबिंद सिंह महाराज जी दे तो बाद तक पंथ की सेवा करने वाले भाई साहब भाई मनी सिंह शहीद जी का अज शहादत दिवस भी हैगा। अज उन्होंने शहादत नूं 284 साल हो गए, संमत 1794। और इसनूं अगर ईस्वी विच कढ़ना होवे समझना होवे तो जिहड़ा बिक्रमी संमत है
ਉਹ ਈਸਵੀ ਸੰਮਤ ਨਾਲੋਂ 57 ਸਾਲ ਅੱਗੇ ਚੱਲਦਾ ਹੈ। ਸਾਰੇ ਇਸ ਗੱਲ ਨੂੰ ਜਾਣਦੇ ਹਨ। ਜੈਸੇ ਮੈਂ ਅਰਜ਼ ਕਰਾਂ 1794 ਦਾ ਈਸਵੀ ਦੇਖਣਾ ਹੋਵੇ ਤਾਂ ਉਹ ਬਣੇਗਾ 9 ਜੁਲਾਈ 1737। ਉਸ ਹਿਸਾਬ ਨਾਲ 284 ਸਾਲਾ ਅੱਜ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਮਹਾਨ ਸ਼ਹੀਦੀ ਦਿਵਸ ਹੈ। ਉਹਨਾਂ ਦੇ ਪਰਿਵਾਰ ਦੇ ਉਹਨਾਂ ਸਮੇਤ ਇਤਿਹਾਸਕਾਰਾਂ ਨੇ ਲਿਖਿਆ 52 ਮੈਂਬਰ ਸ਼ਹੀਦ ਹੋਏ। 52 ਮੈਂਬਰ ਛੋਟੀ ਜਿਹੀ ਗੱਲ ਨਹੀਂ ਹੈ। ਮਹਾਨ ਉਸ ਮਹਾਨ ਸ਼ਹੀਦ ਦੀ ਭਾਵਨਾ ਗੁਰੂ ਚਰਨਾਂ ਨਾਲ ਜੁੜੀ ਹੋਈ ਹੈ। ਉਹ ਕੋਈ ਆਪਣੇ ਪਰਿਵਾਰ ਲਈ ਜਾਂ ਕਾਰੋਬਾਰ ਲਈ ਜਾਂ ਆਪਣੇ ਕਿਸੇ ਮਾਣ ਸਤਿਕਾਰ ਲਈ ਕੁਰਬਾਨ ਨਹੀਂ ਹੋਏ। ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਲਈ ਸ਼ਹੀਦ ਹੋਏ। ਬਹੁਤ ਸੋਹਣਾ ਜੈਕਾਰਾ ਬੁਲਾਇਆ, ਪਰ ਮੇਰਾ ਮਨ ਕਰਦਾ ਹੈ ਉਸ ਮਹਾਨ ਸ਼ਹੀਦ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਦੀਵਾਨੇ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹੋਇਆਂ ਇੱਕ ਵੱਡਾ ਸਾਰਾ ਜੈਕਾਰਾ ਸਾਰੀ ਸੰਗਤ ਮਿਲ ਕੇ ਬੁਲਾਓ। ਪੂਰੀ ਸਾਜ਼ਿਸ਼ ਸੀ ਉਸ ਵੇਲੇ ਲਾਹੌਰ ਦੇ ਹੁਕਮਰਾਨਾਂ ਦੀ। ਉਹ ਕੇਵਲ ਆਪਣੀ ਜਾਨ ਗਵਾਉਣ ਲਈ ਸ਼ਹੀਦ ਨਹੀਂ ਹੋਏ, ਉਹ ਕੌਮ ਬਚਾਉਣ ਲਈ ਸ਼ਹੀਦ ਹੋਏ। ਪੂਰੀ ਸਾਜ਼ਿਸ਼ ਸੀ ਲਾਹੌਰ ਦਰਬਾਰ ਦੀ ਬਈ ਇਹ ਦੀਵਾਲੀ ਬੰਦੀ ਛੋੜ ਦਿਵਸ 'ਤੇ ਇਕੱਠੇ ਹੋਣਗੇ। ਪਹਿਲਾਂ ਇਹ ਵੀ ਤੈਅ ਕੀਤਾ ਗਿਆ ਕਿ ਜੋ ਮਾਇਆ ਆਵੇਗੀ ਉਸ 'ਚੋਂ ਕੁਝ ਲਿਖਾਰੀਆਂ ਨੇ 5000, ਕੁਝ ਨੇ 10,000 ਲਿਖੇ। ਗੁਰੂ ਘਰ ਤੋਂ ਮਾਇਆ ਟੈਕਸ ਦੇ ਰੂਪ ਵਿੱਚ ਸੂਬੇ ਨੂੰ ਪ੍ਰਾਪਤ ਹੋਵੇਗੀ। ਭਾਈ ਮਨੀ ਸਿੰਘ ਜੀ ਨੇ ਹਾਂ ਕਰ ਦਿੱਤੀ, ਔਰ ਇਸ ਕਰਕੇ ਹਾਂ ਕੀਤੀ ਕਿਉਂਕਿ ਵੱਡੀਆਂ ਵੱਡੀਆਂ ਦੌਲਤਾਂ, ਵੱਡੇ ਤੋਂ ਵੱਡਾ ਸਰਮਾਇਆ ਗੁਰੂ ਨਾਨਕ ਦੇ ਸਿੱਖ ਦੇ ਮੇਲ ਦੇ ਸਾਹਮਣੇ ਕੁਝ ਵੀ ਨਹੀਂ ਹੈਗਾ। ਉਹਨਾਂ ਦੇ ਮਨ ਵਿੱਚ ਇਹ ਸੀ ਬਈ ਕੋਈ ਗੱਲ ਨਹੀਂ, ਧਨ ਦੇਣਾ ਪਵੇਗਾ ਪਰ ਗੁਰਸਿੱਖਾਂ ਨਾਲ ਮੇਲ ਤਾਂ ਹੋ ਜਾਏਗਾ। ਸਾਰੀ ਦੁਨੀਆ 'ਤੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ, ਗੁਰੂ ਕੇ ਅਸਥਾਨ ਨੇ, ਸਾਡੇ ਤਖਤ ਸਾਹਿਬਾਨ ਨੇ, ਪਰ ਹਰ ਜਗ੍ਹਾ ਸਿੱਖ ਤੜਪ ਕੇ ਅਰਦਾਸ ਕਰਦਾ ਹੈ, ਗੁਰੂ ਕੋਲੋਂ ਦਾਨ ਮੰਗਦਾ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਕਿਤਨੇ ਦਾਨ ਅਸੀਂ ਮੰਗਦੇ ਹਾਂ। 8 ਦਾਨ ਤੁਸੀਂ ਗਿਣ ਕੇ ਦੇਖ ਲੈਣਾ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਤੇ ਫਿਰ ਪ੍ਰਾਰਥਨਾ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਮਿਲ ਜਾਣ, ਇਸ਼ਨਾਨ ਮਿਲ ਜਾਣ। ਇਹ ਹਰ ਸਿੱਖ ਦੀ ਤੜਪ ਹੈ। ਭਾਵੇਂ ਉਸਨੇ ਗੁਰੂ ਕੀ ਸਿੱਖੀ ਅੰਮ੍ਰਿਤ ਪਾਨ ਕਰਕੇ ਧਾਰਨ ਅਜੇ ਨਾ ਵੀ ਕੀਤੀ ਹੋਵੇ, ਉਹਦੀ ਤੜਪ ਹੁੰਦੀ ਹੈ ਮੈਂ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਾਂ, ਮੈਂ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਵਿੱਚ ਟੁੱਬਾ ਲਗਾਵਾਂ। ਇਹ ਸਿੱਖ ਦੀ ਸੱਧਰ ਹੈਗੀ। ਇਹ ਪਿੱਛੇ ਜਿਹੇ ਇੱਕ ਸੰਸਥਾ ਨੇ ਸਰਵੇ ਕਰਾਇਆ ਸੀ, ਜਿਹਦੇ ਵਿੱਚ ਉਹਨਾਂ ਨੇ ਇੱਕ ਵਿਚਾਰ ਰੱਖਿਆ, ਸੰਸਾਰ ਦੇ ਲੋਕਾਂ ਨੂੰ ਪੁੱਛਿਆ ਕਿ ਐਸਾ ਕੋਈ ਥਾਂ ਹੋਵੇ ਜਿਹੜਾ ਮਰਨ ਤੋਂ ਪਹਿਲੇ ਤੁਸੀਂ ਇੱਕ ਵਾਰ ਜ਼ਰੂਰ ਦੇਖਣਾ ਚਾਹੁੰਦੇ ਹੋ। ਇਹ ਕਰਾਉਂਦੀਆਂ ਰਹਿੰਦੀਆਂ ਨੇ ਸੰਸਥਾਵਾਂ। ਇੰਟਰਨੈਟ 'ਤੇ ਇਹ ਸਰਵੇ ਹੋਇਆ, ਯੂ ਮਸਟ ਵਾਂਟ ਟੂ ਸੀ ਬਿਫੋਰ ਯੂ ਡਾਈ। ਮਰਨ ਤੋਂ ਪਹਿਲੇ ਦੁਨੀਆ ਦਾ ਕਿਹੜਾ ਥਾਂ ਹੈ ਜਿਸ ਨੂੰ ਤੁਸੀਂ ਇੱਕ ਵਾਰੀ ਦੇਖਣਾ ਚਾਹੁੰਦੇ ਹੋ?
ਉਹ ਟੂਰਿਜ਼ਮ ਨਾਲ ਉਹਨੂੰ ਬੜਾਵਾ ਦੇਣ ਵਾਸਤੇ ਇਹ ਸਰਵੇ ਕਰਾਇਆ ਵੀ ਕੋਈ ਮਨਾਲੀ ਆਖੇਗਾ, ਕੋਈ ਸ਼੍ਰੀਨਗਰ ਆਖੇਗਾ, ਕੋਈ ਸਵਿਟਜ਼ਰਲੈਂਡ ਆਖੇਗਾ, ਜੋ ਜੋ ਲੋੜ ਹੋਵੇਗੀ। ਪਰ ਆਪ ਸੁਣ ਕੇ ਆਨੰਦਿਤ ਹੋਗੇ। ਦੁਨੀਆ ਦੇ ਜਿਨ੍ਹਾਂ ਨੇ ਸਰਵੇ ਵਿੱਚ ਪਾਰਟਿਸਿਪੇਟ ਕੀਤਾ 97% ਲੋਕਾਂ ਨੇ ਕਿਹਾ ਬਈ ਅਸੀਂ ਆਪਣੀ ਮੌਤ ਹੋ ਜਾਣ ਤੋਂ ਪਹਿਲੋਂ, ਜਦੋਂ ਸਾਡੇ ਨੇਤਰ ਸਦਾ ਸਦਾ ਲਈ ਬੰਦ ਹੋ ਜਾਵਣ, ਕਬਰ ਵਿੱਚ ਪੈ ਜਾਈਏ ਜਾਂ ਸਾਡਾ ਸਰੀਰ ਚਿਖਾ ਵਿੱਚ ਜਲ ਜਾਏ, ਉਸ ਤੋਂ ਪਹਿਲੇ ਸਾਡੀ ਪ੍ਰਾਣਾਂ ਤੋਂ ਤਮੰਨਾ ਹੈ ਇੱਕ ਵਾਰੀ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਦਰਸ਼ਨ ਹੋ ਜਾਏ, ਇੱਕ ਵਾਰੀ ਦਰਬਾਰ ਸਾਹਿਬ ਜੀ ਦਾ ਦੀਦਾਰ ਹੋ ਜਾਏ, ਤੇ ਇੱਥੇ ਆ ਕੇ ਗੁਰੂ ਦੀ ਬਾਣੀ, ਗੁਰੂ ਦਾ ਬਾਣਾ, ਗੁਰੂ ਦਾ ਪਿਆਰ ਤੇ ਗੁਰੂ ਦੇ ਪਿਆਰਿਆਂ ਦਾ ਦੀਦਾਰ ਹੋ ਜਾਂਦਾ ਹੈ। ਭਾਈ ਮਨੀ ਸਿੰਘ ਜੀ ਦੀ ਉਮਰ ਭਾਵੇਂ ਉਸ ਵੇਲੇ 90 ਪਾਰ ਕਰ ਗਈ ਸੀ, ਕੋਈ 93 ਸਾਲ ਦੀ ਉਹਨਾਂ ਦੀ ਉਮਰ ਸੀ, ਤੇ ਤੜਪ ਇੱਕ ਹੈਗੀ ਸੀ ਬਈ ਸਾਰਾ ਖਾਲਸਾ ਪੰਥ ਆਵੇ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਦਾ ਸੁਭਾਗ ਪ੍ਰਾਪਤ ਹੋਵੇ, ਉਹਨਾਂ ਦੇ ਦੀਦਾਰ ਮਿਲ ਜਾਵਣ। ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹੋ ਮਿਲਾਏ ਜੀਓ। ਇਹ ਭਾਵਨਾ ਸੀ ਤੇ ਉਹਨਾਂ ਕਿਹਾ ਕੋਈ ਗੱਲ ਨਹੀਂ, ਜੇ 5-10 ਹਜ਼ਾਰ ਰੁਪਇਆ ਦੇਣਾ ਵੀ ਪੈ ਜਾਏ ਤੇ ਉਹ ਸਿੱਖ ਦੇ ਦੀਦਾਰ ਦੇ ਸਾਹਮਣੇ ਕੁਛ ਵੀ ਨਹੀਂ ਹੈਗਾ। ਇਸ ਭਾਵਨਾ ਨੂੰ ਸਮਝਣਾ, ਇਸ ਨੁਕਤੇ ਨੂੰ ਸਮਝਣਾ ਬਈ ਸਿੱਖ ਦਾ ਦੀਦਾਰ ਹੋਵੇ ਤੇ ਭਾਵੇਂ ਕਿਤਨਾ ਹੀ ਸਰਮਾਇਆ ਖਰਚ ਹੋ ਜਾਏ, ਸੁਭਾਗ ਹੈ। ਜੋ ਇਸ ਭਾਵ ਨੂੰ ਸਮਝਦੇ ਨੇ ਉਹ ਆਪਣਾ ਜੀਵਨ ਸਦਕੇ ਕਰਦੇ ਨੇ। ਪਰ ਜਦ ਇਸ ਗੱਲ ਦਾ ਬੋਧ ਹੋਇਆ ਬਈ ਇਹਨਾਂ ਦੁਸ਼ਟਾਂ ਨੇ ਇਹ ਮਨ ਬਣਾਇਆ ਹੈ ਕਿ ਜਦੋਂ ਖਾਲਸਾ ਦੀਵਾਨਾ ਹੈ ਆਪਣੇ ਗੁਰੂ ਅਸਥਾਨਾਂ ਦੇ ਦੀਦਾਰ ਦਾ ਤੇ ਸੇਵਾ ਦਾ, ਦੀਵਾਨਗੀ ਦੀ ਹੱਦ ਪਾਰ ਕਰ ਜਾਂਦਾ ਹੈ, ਆਪਣਾ ਸਭ ਕੁਝ ਦਾਅ 'ਤੇ ਲਗਾ ਦਿੰਦਾ ਹੈ ਤੇ ਆਪਣੇ ਗੁਰੂ ਦੇ ਦੀਦਾਰ ਕਰਦਾ ਹੈ। ਮਹਾਰਾਜ ਜੀ ਦੇ ਕਿੰਨੇ ਮਹਾਂ ਬੋਲ ਆਪ ਰੋਜ਼ ਪੜ੍ਹਦੇ ਹੋ, ਸੁਣਦੇ ਹੋ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ। ਗੁਰੂ ਦਾ ਸਿੱਖ ਯਤਨ ਕਰਕੇ ਉਹ ਥਾਂ ਲੱਭ ਲੈਂਦਾ ਹੈ ਤੇ ਕਰਦਾ ਕੀ ਹੈ, ਲੈ ਧੂਰ ਮੁਖ ਲਾਵਾ। ਉਸ ਅਸਥਾਨ ਦੀ ਚਰਨ ਧੂੜ ਆਪਣੇ ਮੱਥੇ ਤੇ ਲਾਉਂਦਾ ਹੈ ਔਰ ਮਹਿਸੂਸ ਕਰਦਾ ਹੈ ਕਿ ਇਹ ਚਰਨ ਧੂੜ ਗੁਰੂ ਨਾਨਕ ਦੇ ਚਰਨਾਂ ਦੀ ਹੈਗੀ ਹੈ। ਇਹ ਰਾਜਗੀਰ ਅਸਥਾਨ ਹੈ ਪਟਨਾ ਸਾਹਿਬ ਜੀ ਦੇ ਕੋਲ। 22 ਕੁੰਡ ਨੇ ਜਿਨ੍ਹਾਂ ਦਾ ਪਾਣੀ ਉਬਲਦਾ ਹੋਇਆ ਨਿਕਲਦਾ, ਖਾਰਾ ਹੈ, ਪੀਤਾ ਨਹੀਂ ਜਾਂਦਾ। ਮਲ ਮਾਸ ਦੇ ਮੇਲੇ ਸਮੇਂ ਗੁਰੂ ਨਾਨਕ ਇੱਥੇ ਪਧਾਰੇ ਤੇ ਲੱਖਾਂ ਹੀ ਲੋਕਾਂ ਨੇ ਗੁਰੂ ਨਾਨਕ ਦੀ ਸਿੱਖੀ ਧਾਰਨ ਕੀਤੀ ਤੇ ਬੇਨਤੀ ਕੀਤੀ, ਮਹਾਰਾਜ ਇਹ ਖੌਲਦਾ ਹੋਇਆ ਪਾਣੀ ਹੈ, ਗੰਦਗੀ ਪਾਣੀ ਹੈ, ਪੀਤਾ ਨਹੀਂ ਜਾ ਸਕਦਾ, ਸਾਨੂੰ ਬੜੀ ਤਕਲੀਫ ਹੈ, ਕਿਰਪਾ ਕਰੋ, ਪਾਣੀ ਬੜੀ ਦੂਰੋਂ ਮੰਗਵਾਉਣਾ ਪੈਂਦਾ ਹੈ। ਇੱਥੇ ਅਸੀਂ ਮਹੀਨਾ 2 ਮਹੀਨੇ ਰਹਿੰਦੇ ਹਾਂ ਤੇ ਮਹਾਰਾਜ ਸਾਨੂੰ ਪੀਣ ਦਾ ਪਾਣੀ ਮਿਲ ਜਾਏ। ਜਗਤ ਗੁਰੂ ਨਾਨਕ ਦੇਵ ਮਹਾਰਾਜ ਮੁਸਕਰਾਏ ਤੇ ਉੱਠ ਕੇ ਖੜੇ ਹੋਏ ਤੇ ਜਿਸ ਕੁੰਡ ਦੇ ਲਾਗੇ ਬੈਠੇ ਸਨ ਉਹਦੇ ਉਬਲਦੀਆਂ ਹੋਈਆਂ ਲਹਿਰਾਂ ਨਾਲ ਗੁਰੂ ਨਾਨਕ ਨੇ ਆਪਣਾ ਚਰਨ ਸੁਹਾਇਆ ਤੇ ਗੁਰੂ ਨਾਨਕ ਦੇ ਚਰਨ ਦੀ ਠੰਡਕ ਸਦਕਾ ਉਹ ਉਬਲਦਾ ਹੋਇਆ ਕੁੰਡ ਠੰਡਾ ਵੀ ਹੋ ਗਿਆ। ਤੇ ਠੰਡਾ ਹੀ ਨਾ ਹੋਇਆ, ਗੁਰੂ ਨਾਨਕ ਦੇ ਸਪਰਸ਼ ਦੀ ਮਿਠਾਸ ਸਦਕਾ ਉਹ ਜਲ ਮਿੱਠਾ ਵੀ ਹੋ ਗਿਆ। ਤੇ ਅੱਜ ਵੀ ਸੰਗਤਾਂ ਜਾਂਦੀਆਂ ਨੇ ਤੇ ਮੈਂ ਜਦ ਵੀ ਜਾਂਦਾ ਤੇ ਦੋਵੇਂ ਬੁੱਕ ਭਰ ਕੇ ਨਾ ਮਹਾਰਾਜ ਜੀ ਦਾ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਚਰਨਾ ਅੰਮ੍ਰਿਤ ਹੈ।
ਚਰਨਾਮ੍ਰਿਤ ਸੀਤਲ ਕੁੰਡ। 22 ਕੁੰਡ ਹਾਲੇ ਵੀ 21 ਉਬਲ ਰਹੇ ਨੇ ਤੇ ਗੁਰੂ ਨਾਨਕ ਦਾ ਸੀਤਲ ਹੈ। ਥੱਲਿਓਂ ਸੋਰਸ ਆਫ ਵਾਟਰ ਸਭ ਦਾ ਇੱਕੋ ਹੀ, ਪਰ ਗੁਰੂ ਨਾਨਕ ਦੇ ਚਰਨਾਂ ਦੀ ਠੰਡਕ ਤੇ ਗੁਰੂ ਨਾਨਕ ਦੇ ਚਰਨਾਂ ਦੀ ਮਿਠਾਸ ਉੱਥੇ ਮਹਿਸੂਸ ਹੁੰਦੀ ਹੈ। ਤੇ ਗੁਰਸਿੱਖਾਂ ਨੇ ਭਾਲ ਕਰ ਲਈ ਤੇ ਚਰਨ ਧੂੜ ਮਸਤਕ ਤੇ ਲਾਏ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰਸਿੱਖ ਲੱਭ ਲੈਂਦਾ ਉਹ ਥਾਂ ਤੇ ਜਾ ਕੇ ਚਰਨ ਧੂੜ ਮਸਤਕ ਤੇ ਲਾਉਂਦਾ ਹੈ। ਮਹਿਸੂਸ ਕਰਦਾ ਹੈ ਮੈਂ ਗੁਰੂ ਨਾਨਕ ਦੇ ਚਰਨ ਪਰਸ ਲਏ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਰਸ ਲਏ। ਇਹ ਹੋਰ ਵੀ ਭਗਤ ਜਨ ਕਰਦੇ। ਜਿਵੇਂ ਤੁਲਸੀ ਜੀ ਦਾ ਇੱਕ ਬਚਨ ਹੈ, ਮੇਰੇ ਖਿਆਲ ਵਿੱਚ ਆ ਗਿਆ, ਰਹੀਮ ਤੇ ਤੁਲਸੀ ਦੋਵੇਂ ਅਯੁੱਧਿਆ ਬੈਠੇ ਸਨ ਤੇ ਸਰਯੂ ਨਦੀ ਚੋਂ ਨਹਾ ਕੇ ਇੱਕ ਹਾਥੀ ਆਇਆ ਤੇ ਮਿੱਟੀ ਆਪਣੇ ਸਰੀਰ ਤੇ ਪਾਉਣ ਲੱਗ ਪਿਆ ਪੁੱਟ-ਪੁੱਟ ਕੇ। ਤੇ ਰਹੀਮ ਕਹਿਣ ਲੱਗੇ, ਇਹ ਮਹਾਕਵੀ ਤੁਲਸੀ ਇਹ ਕੀ ਕਰਦਾ ਪਿਆ, ਧੂੜ ਸਿਰ ਤੇ ਪਾ ਰਿਹਾ ਹੈ। ਰਾਮਾਇਣ ਦਾ ਇਹ ਬਚਨ ਹੈ, ਮੈਂ ਤੁਹਾਨੂੰ ਸਰਵਣ ਕਰਾ ਦੇਣਾ ਸੰਖੇਪ ਰੂਪ ਵਿੱਚ ਕਿ ਧੂਰ ਧਰਤ ਨਿਜ ਸੀਸ ਪਰ, ਕਹੋ ਰਹੀਮ ਕੇਹੂ ਕਾਜ। ਐ ਰਹੀਮ ਇਹ ਦੱਸ, ਤੁਲਸੀ ਕਹਿਣ ਲੱਗੇ ਇਹ ਹਾਥੀ ਨਹਾ ਕੇ ਮਿੱਟੀ ਕਿਉਂ ਪਾਉਂਦਾ, ਨਹਾ ਕੇ ਫਿਰ ਲਿਬੜਦਾ ਪਿਆ। ਧੂਰ ਧਰਤ ਨਿਜ ਸੀਸ ਪਰ, ਕਹੋ ਰਹੀਮ ਕੇਹੂ ਕਾਜ। ਤੇ ਰਹੀਮ ਕਹਿਣ ਲੱਗੇ ਤੁਲਸੀ ਜੀ ਗੱਲ ਇਹ ਹੈਗੀ ਹੈ, ਜਾ ਰਜ ਮੁਨ ਪਤਨੀ ਤਰੀ ਸੋ ਖੋਜਤ ਗਾਜਰਾ। ਜਿਹੜੇ ਸ੍ਰੀ ਰਾਮ ਦੇ ਕਦਮਾਂ ਦੀ ਖਾਕ ਪੈ ਜਾਣ ਨਾਲ ਪੱਥਰ ਬਣੀ ਹੋਈ ਅਹਿਲਿਆ ਤਰ ਗਈ ਨਾ, ਇਹ ਹਾਥੀ ਉਹੀ ਧੂੜ ਲੱਭਦਾ ਪਿਆ। ਤੇ ਮੈਂ ਅਰਜ਼ ਕਰਾਂ, ਹਾਥੀ ਸਿਆਣਾ ਹੈ ਪਰ ਮਨੁੱਖ ਹਾਥੀ ਨਾਲੋਂ ਤਾਂ ਜ਼ਿਆਦਾ ਹੀ ਸਿਆਣਾ ਹੈ। ਤੇ ਸਿੱਖ ਸੰਸਾਰ ਦੀ ਸਿਆਣਪ ਦੀ ਇੰਤਹਾ ਰੱਖਦਾ ਹੈ, ਇਸ ਲਈ ਆਪਣੇ ਗੁਰੂ ਦੇ ਕਦਮਾਂ ਦੀ ਖਾਕ ਦਾ ਅਨੁਭਵ ਕਰਦਾ, ਗੁਰਸਿੱਖਾਂ 'ਚੋਂ ਗੁਰੂ ਦਾ ਦੀਦਾਰ ਕਰਦਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਵੀ ਸੋਚਿਆ ਕੋਈ ਗੱਲ ਨਹੀਂ, ਗੁਰਸਿੱਖ ਆਵਣਗੇ ਤੇ ਧਨ ਦੇਣਾ ਪਏ, ਉਹਨਾਂ ਦੇ ਦਰਸ਼ਨ ਉਹਨਾਂ ਦੇ ਚਰਨਾਂ ਤੋਂ ਵਾਰ ਕੇ ਦੇ ਦੇਵਾਂਗੇ। ਪਰ ਜਦ ਇਹ ਪਤਾ ਚੱਲਿਆ ਬਈ ਦੁਸ਼ਟਾਂ ਨੇ ਕੁਝ ਹੋਰ ਹੀ ਮਤਾ ਬਣਾ ਰੱਖਿਆ ਹੈ, ਸਿੱਖ ਸੰਗਤਾਂ ਇਕੱਠੀਆਂ ਹੋਵਣਗੀਆਂ ਤੇ ਦਰਬਾਰ ਸਾਹਿਬ ਦਾ ਸਰੋਵਰ ਅੰਮ੍ਰਿਤ ਸਰੋਵਰ ਉਹਨਾਂ ਦੇ ਖੂਨ ਨਾਲ ਭਰ ਦੇਣਗੇ, ਇਹ ਕਤਲ ਕਰਨਗੇ। ਭਾਈ ਸਾਹਿਬ ਜੀ ਨੇ ਫਿਰ ਰਾਤੋਂ ਰਾਤ ਹੁਕਮਨਾਮੇ ਲਿਖੇ, ਪੱਤਰਕਾਵਾਂ ਲਿਖੀਆਂ, ਦੌੜਾਇਆ ਸੇਵਾਦਾਰਾਂ ਸਾਥੀਆਂ ਨੂੰ, ਆਖਿਆ ਜਾਓ ਕਹਿ ਦਿਓ ਕੋਈ ਨਾ ਆਵੇ, ਕੋਈ ਨਾ ਆਵੇ। ਕਿਉਂਕਿ ਦਰਸ਼ਨ ਦੀ ਤਲਬ ਵੀ ਹੈ ਤੇ ਕੌਮ ਨੂੰ ਬਚਾਉਣ ਦਾ ਪ੍ਰਣ ਵੀ ਹੈਗਾ। ਸਿੱਖ ਸਿੱਖ ਨੂੰ ਬਚਾਵੇ, ਸਿੱਖ ਸਿੱਖ ਦੇ ਜੀਵਨ ਦੀ ਰਾਖੀ ਕਰੇ, ਸਿੱਖ ਸਿੱਖ ਜੀ ਦੇ ਉਪਜੀਵਕਾ ਦਾ ਸਹਾਈ ਹੋਵੇ, ਇਹ ਮਹਾਰਾਜ ਜੀ ਦੀ ਆਗਿਆ ਹੈ। ਫਿਰ ਉਹ ਦੋਸ਼ ਲਾ ਕੇ ਉਹਨਾਂ ਨੂੰ ਪਕੜਿਆ ਤੇ ਅੱਜ ਦੇ ਦਿਨ ਨਖਾਸ ਚੌਂਕ ਜਿਹੜਾ ਹੈਗਾ ਲਾਹੌਰ ਦਾ, ਉੱਥੇ ਸਰੇਆਮ ਇੱਕ ਚੌਕ ਵਿੱਚ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਣ ਦਾ ਫਤਵਾ ਲਾ ਕੇ ਬਿਠਾਇਆ। ਇਹ ਬੋਲ ਮੈਨੂੰ ਬਾਰ-ਬਾਰ ਯਾਦ ਆ ਜਾਂਦੇ ਨੇ, ਜਦ ਟੋਕਾ ਲੈ ਜਲਾਦ ਆਇਆ, ਜਦ ਗੁੱਟ ਤਾਈਂ ਉਸ ਹੱਥ ਪਾਇਆ, ਤਦ ਭਾਈ ਮਨੀ ਸਿੰਘ ਬੋਲ ਕਹੇ, ਜੋ ਸਭ ਦੀ ਛਾਤੀ ਫੋਲ ਗਏ ਕਿ ਲੋਕਾਂ ਲਈ ਚਾਹੇ ਜਲਾਦ ਹੈ ਤੂੰ, ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਇਹ ਰਸਕ ਹਿਰਦਾ ਹੀ ਕਹਿ ਸਕਦਾ ਹੈ ਨਾ। ਮੈਨੂੰ ਲੱਗਦਾ ਗੁਰੂ ਅਰਜਨ ਦੇਵ ਜੀ ਨੇ ਉਸ ਰਸਕ ਹਿਰਦੇ ਦੀ ਸ਼ਹਾਦਤ ਨੂੰ ਜਾਣਦਿਆਂ ਹੋਇਆਂ ਹੀ ਇਹ ਬੋਲ ਹੁਕਮਨਾਮਾ ਰੂਪ 'ਚ ਅੱਜ ਸੋ ਝੋਲੀ 'ਚ ਪਾਏ ਨੇ। ਹਰ ਰਸ ਪੀਵੋ ਪੁਰਖ ਗਿਆਨੀ, ਉਹਨਾਂ ਦੇ ਹਿਰਦੇ ਦੀ ਵਿਆਖਿਆ ਹੀ ਹੈਗੀ ਹੈ। ਕੋਈ ਰਸਕ ਬੰਦਾ ਹੀ ਕਹਿ ਸਕਦਾ ਹੈ ਕਿ ਲੋਕਾਂ ਲਈ ਚਾਹੇ ਜਲਾਦ ਹੈ ਤੂੰ, ਤੈਨੂੰ ਤੇਰਾ ਹਾਕਮ ਵੀ ਜਲਾਦ ਹੀ ਕਹਿੰਦਾ ਹੈ,
ਤੈਨੂੰ ਤੇਰੇ ਰਿਸ਼ਤੇਦਾਰ ਵੀ ਜਲਾਦ ਹੀ ਕਹਿੰਦੇ ਨੇ, ਤੈਨੂੰ ਤੇਰੀ ਘਰਵਾਲੀ ਵੀ ਜਲਾਦ ਹੀ ਕਹਿੰਦੀ, ਤੇਰੇ ਬੱਚੇ ਵੀ ਤੈਨੂੰ ਜਲਾਦ ਕਹਿੰਦੇ ਨੇ, ਪਰ ਮੈਨੂੰ ਤੂੰ ਜਲਾਦ ਨਜ਼ਰ ਨਹੀਂ ਆਉਂਦਾ। ਲੋਕਾਂ ਲਈ ਚਾਹੇ ਜਲਾਦ ਹੈ ਤੂੰ, ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਮੈਨੂੰ ਤਾਂ ਤੇਰੇ ਚੋਂ ਵੀ ਪਰਮਾਤਮਾ ਦਿਖਾਈ ਪੈਂਦਾ। ਭਾਵੇਂ ਬਹੁਤ ਸਾਰੀਆਂ ਸ਼ਾਖਾਵਾਂ ਗੁਰਮਤਿ ਪ੍ਰਚਾਰ ਦੀਆਂ ਸੋਹਣੀਆਂ ਟਕਸਾਲਾਂ ਅਸਥਾਨ ਗੁਰਮਤਿ ਦੀ ਸਿੱਖਿਆ ਪ੍ਰਦਾਨ ਕਰਦੇ ਪਏ ਨੇ, ਪਰ ਜੇ ਮੂਲ ਰੂਪ ਵਿੱਚ ਦੇਖੀਏ ਤੇ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਟਕਸਾਲ ਹੈਗੀ, ਜੋ ਅੱਜ ਵੀ ਕੌਮ ਦੀ ਨਿੱਗਰ ਸੇਵਾ ਕਰਦੀ ਪਈ ਹੈ। ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਲੋਕਾਂ ਲਈ ਚਾਹੇ ਜਲਾਦ ਹੈ ਤੂੰ, ਮੇਰੇ ਲਈ ਰੱਬ ਦੀ ਯਾਦ ਹੈ ਤੂੰ। ਕਰਤੱਵ ਦਾ ਚੇਤਾ ਚਿੱਤ ਵਿੱਚ ਧਰ, ਇੱਕ ਉਂਗਲੀ ਦੇ 3 ਟੋਟੇ ਕਰ, ਜੋ ਹੋਣਾ ਹੈ ਨਾ ਮੁੜਨਾ ਹੈ, ਤੂੰ ਕੱਟਣਾ ਹੈ ਮੈਂ ਜੁੜਨਾ ਹੈ। ਤੂੰ ਸੋਚੇਗਾ ਮੈਂ ਕੱਟਦਾ ਪਿਆ, ਪਰ ਅਸਲੀਅਤ ਇਹ ਮੈਂ ਹੋਰ ਜੁੜਦੇ ਜਾਣਾ। ਇਹ ਰਸਕ ਹਿਰਦਾ ਹੀ ਕਹਿ ਸਕਦਾ ਹੈ ਨਾ, ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਭਾਵੇ। ਤੇ ਜਿਉਂ ਜਪੇਗਾ ਸੁਣੇਗਾ ਤੇ ਤੇਰਾ ਮਨ ਬਹੁਤ ਰਜੇਵਾਂ ਹਾਸਲ ਕਰ ਰਿਹਾ, ਕਦੀ ਭੁੱਖ ਵਿਆਪੇਗੀ ਨਹੀਂ, ਕਦੀ ਤੈਨੂੰ ਦੁੱਖ ਦਾ ਅਨੁਭਵ ਹੀ ਨਹੀਂ ਹੋਵੇਗਾ, ਕਦੀ ਤੇਰਾ ਮਨ ਜਿਹੜਾ ਹੈ ਲੋਭੀ ਨਹੀਂ ਹੋਵੇਗਾ। ਸੁਣ ਸੁਣ ਮਹਾ ਤ੍ਰਿਪਤ ਮਨ ਭਾਵੈ, ਸਾਧੂ ਅੰਮ੍ਰਿਤ ਬਾਣੀ। ਸਾਧੂ ਦਾ ਅਰਥ ਇੱਥੇ ਗੁਰੂ ਹੈ। ਗੁਰੂ ਨਾਲ ਜੁੜੇ ਹੋਏ ਪੁਰਖਾਂ ਨੂੰ ਵੀ ਅਸੀਂ ਸਾਧੂ ਕਹਿੰਦੇ ਹਾਂ, ਸੰਤ ਕਹਿੰਦੇ ਆ, ਮਹਾਂਪੁਰਖ ਕਹਿੰਦੇ ਆ। ਇੱਥੇ ਭਾਵ ਗੁਰੂ ਹੈਗਾ ਹੈ। ਸੁਣ 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 ਮਹਾ ਤ੍ਰਿਪਤ ਮਨ ਭਾਵੈ, ਸਾਧੂ ਅੰਮ੍ਰਿਤ ਬਾਣੀ। ਗੁਰੂ ਦੀ ਅੰਮ੍ਰਿਤ ਬਾਣੀ। ਸੰਸਾਰ ਮਰਨ ਧਰਮਾ ਹੈ। ਸੰਸਾਰ ਦੀ ਕਿਸੇ ਇਮਾਰਤ ਨੂੰ, ਕਿਸੇ ਡੈਮ ਨੂੰ, ਕਿਸੇ ਸਾਗਰ ਨੂੰ, ਕਿਸੇ ਗ੍ਰਹਿ ਨਕਸ਼ਤਰ ਤਾਰੇ ਸਿਆਰੇ ਨੂੰ ਅਮਰ ਨਹੀਂ ਆਖਿਆ ਜਾ ਸਕਦਾ। ਸ਼ਿਵਪੁਰੀ ਕਾ ਹੋਏਗਾ ਕਾਲ। ਸਭ ਵੱਡੀਆਂ ਵੱਡੀਆਂ ਪੁਰੀਆਂ ਸਵਰਗ ਆਦਿਕ ਦਾ ਨਾਸ਼ ਹੋਵੇਗਾ, ਅਟਲ ਕੋਈ ਨਹੀਂ ਹੈ। ਕੋਈ ਦੁਨੀਆ ਦਾ ਪੰਥ ਗ੍ਰੰਥ ਅਟਲ ਨਹੀਂ ਹੈ। ਰੂਹੇ ਜ਼ਮੀਨ ਤੇ ਇੱਕੋ ਹੀ ਇੱਕ ਪੰਥ ਅਟਲ ਹੈ, ਉਹਦਾ ਨਾਮ ਖਾਲਸਾ ਪੰਥ ਹੈ ਤੇ ਇੱਕੋ ਹੀ ਇੱਕ ਗ੍ਰੰਥ ਜੁਗੋ ਜੁਗ ਅਟਲ ਹੈ। ਉਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੈਕਾਰਾ ਥੋੜਾ ਵੱਡਾ ਬੁਲਾਓ ਤੇ ਮੈਨੂੰ ਵੀ ਸੁਣ ਜਾਏ। ਨਹੀਂ, ਅਜੇ ਕੈਮਰੇ ਦੇ ਮਾਈਕ ਤੱਕ ਤੁਹਾਡਾ ਨਹੀਂ ਪਹੁੰਚਿਆ ਤੇ ਸਾਰੀ ਦੁਨੀਆ ਤੱਕ ਪਹੁੰਚੇਗਾ। ਇੱਕ ਵਾਰੀ ਸਾਰੀ ਸੰਗਤ ਮਿਲ ਕੇ ਜੈਕਾਰਾ ਬੁਲਾਓ। ਗੁਰੂ ਦੀ ਜੈ ਜੈਕਾਰ ਹੈ, ਕਿਸੇ ਬੰਦੇ ਦੀ ਤਾਂ ਹੈ ਨਹੀਂ। ਤੇ ਗੁਰੂ ਦੀ ਜੈ ਜੈਕਾਰ ਕਰਦਿਆਂ ਸਾਨੂੰ ਕਾਹਦੀ ਝੱਕ ਹੈ? ਕਿਉਂ ਅਸੀਂ ਝੱਕ ਕੇ ਮੂੰਹ ਥੱਲੇ ਨੂੰ ਕਰਕੇ ਕਿਉਂ ਜੈਕਾਰਾ ਬੁਲਾਈਏ? ਗੁਰੂ ਦੀ ਜੈ ਜੈਕਾਰ
ਕਰਨ ਵਾਲੇ ਦੀ ਜੈ ਜੈਕਾਰ ਦਰਗਾਹ ਤੱਕ ਹੋ ਜਾ। ਤੇ ਗੁਰੂ ਦੇ ਪਿਆਰਿਆਂ ਦੀ ਵੀ ਨਾਲ ਹੀ ਜੈ ਜੈਕਾਰ। ਆਪਣੀ ਵਡਿਆਈ ਪ੍ਰਭ ਭਾਵਦੀ ਜਨ ਕਾ ਜੈਕਾਰ ਕਰਾਏ। ਇੱਕ ਜੈਕਾਰਾ ਵੱਡਾ ਸਾਰੇ ਮਿਲ ਕੇ ਭਾਈ ਮਨੀ ਸਿੰਘ ਜੀ ਦੀ ਭਾਵਨਾ ਨੂੰ ਨਤਮਸਤਕ ਹੁੰਦਿਆਂ ਬੁਲਾਓ ਸਾਰੇ ਇੱਕ ਜੈਕਾਰਾ। ਇੱਕ ਵਿਚਾਰ ਹੈ ਪਰਮਾਤਮਾ ਦੇ ਨਾਮ ਦਾ ਰਸ ਪਾਨ ਕਰਨਾ, ਦੂਜਾ ਵਿਚਾਰ ਹੈ ਇਸ ਨੂੰ ਸੁਣਨਾ, ਤੇ ਤੀਜਾ ਵਿਚਾਰ ਹੈ ਗੁਰੂ ਦੀ ਅੰਮ੍ਰਿਤ ਬਾਣੀ ਦੁਆਰਾ ਇਹ ਰਸਕ ਅਵਸਥਾ ਪ੍ਰਾਪਤ ਹੁੰਦੀ ਹੈ। ਬੜੇ ਗਹਿਰੇ ਬੋਲ ਨੇ, ਆਓ ਇਹਨਾਂ ਦਾ ਪਾਠ ਤੇ ਅੱਖਰੀ ਅਰਥ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਇਹ ਸੋਰਠ ਰਾਗ ਮਹਾਰਾਜ ਜੀ ਨੇ ਵਰਤਿਆ, ਕਮਾਚ ਥਾਟ ਦਾ ਇਹ ਔੜਵ ਸੰਪੂਰਨ ਰਾਗ ਹੈ। ਭਾਵ ਆਰੋਹ ਵਿੱਚ 5 ਸੁਰਾਂ ਨੇ ਤੇ ਅਵਰੋਹ ਵਿੱਚ 7 ਸੁਰਾਂ ਪੂਰੀਆਂ ਨੇ, ਔੜਵ ਸੰਪੂਰਨ। ਤੇ ਇਸ ਦੇ ਗਾਣ ਦਾ ਵੇਲਾ ਰਾਤ ਦਾ ਦੂਸਰਾ ਪਹਿਰ, ਜੋ ਵਿਦਵਾਨਾਂ ਨੇ ਦੱਸਿਆ ਹੈ। ਆਮ ਰਾਗਾਂ ਵਿੱਚ ਇਹਨੂੰ ਰਾਗਣੀ ਕਹਿੰਦੇ ਨੇ, ਪਰ ਸਤਿਗੁਰੂ ਜੀ ਨੇ ਇਹਦਾ ਦਰਜਾ ਰਾਗ ਹੀ ਰੱਖਿਆ। ਸਰਵਣ ਕਰੀਏ। ਖੋਜਤ ਖੋਜਤ ਖੋਜ ਵਿਚਾਰਿਓ। ਮਹਾਰਾਜ ਕਹਿੰਦੇ ਨੇ ਚੰਗੀ ਤਰ੍ਹਾਂ ਪਰਖ ਕੇ ਖੋਜ ਕੇ ਇਹ ਵਿਚਾਰ ਸਾਹਮਣੇ ਆਈ ਹੈ। ਰਾਮ ਨਾਮ ਤਤ ਸਾਰਾ। ਸਾਰੇ ਸ਼ੁਭ ਕਰਮਾਂ ਦਾ ਤਤ ਸਾਰ ਪਰਮਾਤਮਾ ਦਾ ਨਾਮ ਹੈ। ਜਿਵੇਂ ਸਾਰੀ ਬਾਰਾਤ ਲਾੜੇ ਕਰਕੇ ਹੈ ਨਾ, ਤੇ ਜੇ ਲਾੜਾ ਨਾ ਹੋਵੇ ਤੇ ਬਰਾਤੀਆਂ ਨੂੰ ਕੌਣ ਪੁੱਛੇਗਾ। ਇਸ ਤਰ੍ਹਾਂ ਸਾਰੇ ਸ਼ੁਭ ਕਰਮ ਤਾਂ ਹੀ ਫਲੀਭੂਤ ਨੇ ਜੇ ਥੋੜਾ ਸਮਾਂ ਸਵੇਰੇ ਜਾਗ ਕੇ ਆਪਣੇ ਆਪਣੇ ਮਤ ਅਨੁਸਾਰ ਹੈ, ਕੋਈ ਰਾਮ, ਕੋਈ ਹਰੀ ਓਮ, ਕੋਈ ਅੱਲਾਹੂ, ਤੇ ਸਾਨੂੰ ਗੁਰੂ ਨੇ ਵਾਹਿਗੁਰੂ ਮਹਾ ਮੰਤਰ ਦੇ ਕੇ ਨਿਵਾਜਿਆ। ਇਹ ਤਤ ਸਾਰ ਹੈ। ਕਿਲ ਬਿਖ ਕਾਟੇ ਨਿਮਖ ਆਰਾਧਿਆ। ਥੋੜਾ ਸਮਾਂ ਵੀ ਨਾਮ ਜਪਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ, ਮੈਲ ਕੱਟੀ ਜਾਂਦੀ ਹੈ। ਗੁਰਮੁਖ ਪਾਰ ਉਤਾਰਾ। ਤੇ ਗੁਰੂ ਦੀ ਰਾਹੀਂ ਜਪਦਿਆਂ ਜਪਦਿਆਂ ਗੁਰੂ ਬਖਸ਼ਿਸ਼ ਸਦਕਾ ਮਨੁੱਖ ਦੁੱਖਾਂ ਦੇ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਹਰ ਰਸ ਪੀਵੋ ਪੁਰਖ ਗਿਆਨੀ। ਇਹ ਗਿਆਨਵਾਨ ਪੁਰਖ ਇਸ ਲਈ ਪ੍ਰੇਮ ਨਾਲ, ਰਸਕ ਤਰੀਕੇ ਨਾਲ, ਇਹ ਨਹੀਂ ਵੀ ਬੜੀ ਕਾਹਲੀ ਪਈ ਹੋਈ, ਕੋਈ ਮਗਰ ਪਿਆ ਹੋਇਆ। ਕਈ ਤਾਂ ਵਾਹਿਗੁਰੂ ਦਾ ਸ਼ਬਦ ਦਾ ਉਚਾਰਨ ਵੀ ਇਸ ਤਰ੍ਹਾਂ ਕਰਨਗੇ, ਪਤਾ ਹੀ ਨਹੀਂ ਲੱਗਦਾ ਇਹ ਕੀ ਕਰਦੇ ਪਏ, ਤੇ ਕੁਝ ਚੀਖਾਂ ਜਿਹੀਆਂ ਮਾਰਨਗੇ। ਇਸ ਤਰ੍ਹਾਂ ਨਹੀਂ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ, ਬੜੇ ਪ੍ਰੇਮ ਨਾਲ, ਬੜੇ ਅਦਬ ਨਾਲ। ਇਹ ਮਹਾ ਮੰਤਰ ਕੋਈ ਮਾਮੂਲੀ ਨਹੀਂ ਹੈ, ਇਹ ਪਾਰ ਬ੍ਰਹਮ ਪਰਮੇਸ਼ਵਰ ਜੋਤ ਗੁਰੂ ਨਾਨਕ ਨੇ ਸਾਡੀ ਝੋਲੀ 'ਚ ਪਾਇਆ। ਇਸ ਲਈ ਬੜੇ ਪ੍ਰੇਮ ਨਾਲ ਇਸ ਨੂੰ ਜਪਣਾ, ਰਸਕ ਤਰੀਕੇ ਨਾਲ। ਸੁਣ ਸੁਣ ਮਹਾ ਤ੍ਰਿਪਤ ਮਨ ਪਾਵਾ। ਤੇ ਜਿਉਂ-ਜਿਉਂ ਜਪੇਗਾ ਸੁਣੇਗਾ ਫਿਰ ਮਹਾ ਤ੍ਰਿਪਤੀ, ਪੂਰਨ ਸੰਤੋਖ ਪ੍ਰਾਪਤ ਹੁੰਦਾ ਹੈ। ਸਾਧੂ ਅੰਮ੍ਰਿਤ ਬਾਣੀ। ਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਰਹਾਉ। ਇਹ ਮਰਕਜ਼ੀ ਪੰਕਤੀਆਂ ਹਨ। ਮੁਕਤ ਭੁਗਤ ਜੁਗਤ ਸੱਚ ਪਾਈਆ। ਮੁਕਤ ਸਾਰੇ ਵਿਕਾਰਾਂ ਤੋਂ ਖਲਾਸੀ, ਭੁਗਤ ਆਤਮਕ ਭੋਜਨ, ਤੇ ਜੁਗਤ ਜੀਵਨ ਦੀ ਸ਼ੈਲੀ, ਇਹ ਸਭ ਪ੍ਰਾਪਤ ਹੁੰਦਾ ਹੈ। ਸਰਬ ਸੁਖਾ ਕਾ ਦਾਤਾ। ਮੁਕਤੀ ਦਾ, ਭੋਜਨ ਦਾ ਤੇ ਜੀਵਨ ਜੁਗਤ ਦਾ ਦਾਤਾ ਨਾਮ ਹੈ। ਆਪਣੇ ਦਾਸ ਕੋ ਭਗਤ ਦਾਨ ਦੇਵਾ। ਸਾਰੇ ਸੁੱਖਾਂ ਦਾ ਵੀ ਦਾਤਾ ਨਾਮ ਹੈ, ਤੇ ਗੁਰੂ ਮਿਹਰ ਕਰਕੇ ਜਪਣ ਵਾਲਿਆਂ ਨੂੰ ਫਿਰ ਭਗਤੀ ਦਾ ਦਾਨ ਦੇ ਦਿੰਦਾ ਹੈ। ਪੂਰਨ ਪੁਰਖ ਵਿਧਾਤਾ। ਉਹ ਪੂਰਾ ਹੈ ਸਭ ਜਗ੍ਹਾ, ਪੁਰਖ ਤੋਂ ਭਾਵ ਪੂਰਾ ਹੈ, ਪੂਰਨ ਹੈ, ਤੇ ਵਿਧਾਤਰੀ ਸ਼ਬਦ ਹੈ ਸੰਸਕ੍ਰਿਤ ਦਾ,
ਭਾਵ ਸਾਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ। ਸ਼ਰਾਵਣੀ ਸੁਣੀਐ ਰਸਨਾ ਗਾਈਆ। ਉਸ ਦੇ ਨਾਮ ਨੂੰ ਜ਼ਬਾਨ ਨਾਲ ਜਪਣਾ ਤੇ ਕੰਨਾਂ ਨਾਲ ਸੁਣਨਾ ਬਹੁਤ ਜ਼ਰੂਰੀ। ਇਹ ਬਾਰ-ਬਾਰ ਬਾਣੀ ਵਿੱਚ ਕਿਹਾ ਗਿਆ ਵੀ ਕੰਨਾਂ ਨਾਲ ਸੁਣਨਾ, ਹੋਰ ਕਿਸੇ ਅੰਗ ਨਾਲ ਸੁਣਿਆ ਜਾ ਨਹੀਂ ਸਕਦਾ। ਫਿਰ ਸੁਣਿਆ ਹੀ ਨਿਰਾ ਨਹੀਂ ਕਿਹਾ, ਕੰਨਾਂ ਨਾਲ ਸੁਣਨਾ ਮਤਲਬ ਹੈ ਧਿਆਨ ਨਾਲ ਸੁਣਨਾ। ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਮੇਰੀ ਗੱਲ ਕੰਨ ਖੋਲ੍ਹ ਕੇ ਸੁਣ, ਤੇ ਉਹਨੇ ਕੰਨਾਂ 'ਤੇ ਕੋਈ ਲੋਕ ਨਹੀਂ ਲਾਇਆ ਹੁੰਦਾ ਜਿਹੜਾ ਖੋਲ੍ਹਣਾ ਹੁੰਦਾ। ਉਹਦਾ ਮਤਲਬ ਹੁੰਦਾ ਧਿਆਨ ਨਾਲ ਸੁਣ। ਇਸ ਲਈ ਮਹਾਰਾਜ ਕਹਿੰਦੇ ਨੇ ਸਰਵਣਾ ਨਾਲ ਉਸ ਨੂੰ ਧਿਆਨ ਨਾਲ ਸੁਣਨਾ। ਹਾਂਜੀ, ਹਿਰਦੈ ਤੇ ਸਫਲ ਕਿਵੇਂ ਹੋਵੇਗਾ ਨਾਲ ਹੀ ਦੱਸਦੇ ਹਨ। ਸਾਧ ਸੰਗ ਨਾਨਕ ਗੁਣ ਗਾਵੈ। ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੇ ਗੁਣ ਗਾਉਂਦਿਆਂ ਸਿਮਰੈ ਸਦਾ ਗੋਪਾਲਾ। ਇਹ ਗੋਪਾਲਾ ਸ਼ਬਦ ਹੈ, ਦੁਮਾਤਰਾ ਸ਼ਬਦ ਹੈ। ਮਹਾਰਾਜ ਜੀ ਨੇ ਦਾ ਸਹੀ ਰੂਪ ਗੋਪਾਲ ਵੀ ਨਾਲ ਲਿਖਿਆ ਹੋਇਆ ਹੈ ਤੇ ਨਾਲ ਔਂਕੜ ਉਚਾਰਨ ਇਹਦਾ ਗੋਪਾਲਾ ਹੈ। ਬੜਾ ਸੋਹਣਾ ਉਚਾਰਨ ਭਾਈ ਸਾਹਿਬ ਜੀ ਨੇ ਕੀਤਾ ਹੈ। ਇਸ ਲਈ ਥੋੜ੍ਹਾ ਜਿਹਾ ਗੁਰਬਾਣੀ ਦੇ ਉਚਾਰਨ ਵੱਲ ਵੀ ਖਿਆਲ ਦੇਣਾ ਚਾਹੀਦਾ। ਸੰਗੀਤਕ ਲੈਕਾਰੀ ਨੂੰ ਇੱਕ ਮਾਤਰਾ ਘਟਾਉਣ ਵਾਸਤੇ ਮਹਾਰਾਜ ਨੇ ਇਹਦਾ ਉਚਾਰਨ ਸੇਧ ਨਾਲ ਬਖਸ਼ੀ ਹੈ। ਹੇ ਪਾਰ ਬ੍ਰਹਮ ਪਰਮੇਸ਼ਵਰ, ਤੂੰ ਮਿਹਰ ਕਰ, ਮੇਰਾ ਰਤਨ ਜਨਮ ਸਫਲ ਹੋਵੇ, ਤੁਹਾਡੀ ਦਇਆ ਹੋਵੇ ਤੇ ਮੇਰਾ ਸਾਧ ਸੰਗਤ ਨਾਲ ਨਾਤਾ ਬਣਿਆ ਰਹੇ, ਗੁਣ ਗਾਉਂਦਾ ਰਵਾਂ ਤੇ ਹੇ ਗੋਪਾਲ ਸਦਾ ਹੀ ਤੇਰਾ ਸਿਮਰਨ ਚੱਲਦਾ ਰਹੇ। ਬਾਰੰਬਾਰ ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਦਾਸ ਧੰਨਵਾਦੀ ਹੈ। ਬਹੁਤ ਹੀ ਨਿਰਮਲ ਆਤਮਾ ਸ੍ਰੀ ਮਾਨ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ, ਜਿਨ੍ਹਾਂ ਨੇ ਨਿਵਾਜ਼ਦਿਆਂ ਹੋਇਆਂ ਸਮਾਂ ਬਖਸ਼ਿਆ ਹੈ। ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਹੜੇ ਸਦਾ ਹੀ ਨਿਵਾਜ਼ਦੇ ਨੇ। ਕੋਟਾਨ ਕੋਟ ਨਮਸਕਾਰ ਮਹਾਨ ਲਾਸਾਨੀ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਕਰਦਿਆਂ ਹੋਇਆ ਖਿਮਾ ਪ੍ਰਾਰਥੀ ਹਾਂ। ਬਾਰੰਬਾਰ ਸਭ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਦੋ ਸਾਰੇ ਮਿਲ ਕੇ ਪੜ੍ਹੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵੱਡਾ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।